ਸਾਇੰਸ ਸੋਲਿਊਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬੱਚਿਓ। ਮੈਂ ਸਤਨਾਮ ਸਿੰਘ ਗਵਰਨਮੈਂਟ ਹਾਈ ਸਕੂਲ ਸੈਦਪੁਰ ਕਲਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਇੰਸ ਅਧਿਆਪਕ ਹਾਂ। ਪਿਆਰੇ ਬੱਚਿਓ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੋਰਸਸ ਆਫ ਐਨਰਜੀ ਭਾਵ ਊਰਜਾ ਦੇ ਸੋਮਿਆਂ ਦੇ MCQs ਭਾਵ ਮਲਟੀਪਲ ਚੋਇਸ ਕੁਐਸਚਨਸ ਡਿਸਕਸ ਕਰਾਂਗੇ। ਇਸ ਦਾ ਪਹਿਲਾ ਕੁਐਸਚਨ ਹੈ, ਉਸ ਸਾਧਨ ਦਾ ਨਾਮ ਦੱਸੋ ਜਿਸ ਨਾਲ ਸੀਮਤ ਨਿਊਕਲੀਅਰ ਵਿਖੰਡਨ ਕਰਕੇ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਪਿਆਰੇ ਬੱਚਿਓ, ਆਪਸ਼ਨਸ ਹਨ ਪਰਮਾਣੂ ਚੇਨ ਕਿਰਿਆ, ਪਣ ਬਿਜਲੀ ਘਰ, ਪਰਮਾਣੂ ਰਿਐਕਟਰ, ਥਰਮਲ ਪਾਵਰ ਪਲਾਂਟ। ਪਿਆਰੇ ਬੱਚਿਓ, ਤੁਹਾਨੂੰ ਪਤਾ ਹੈ ਕਿ ਪਣ ਬਿਜਲੀ ਘਰ ਵਿੱਚ ਪਾਣੀ ਦੀ ਵਰਤੋਂ ਕਰਕੇ ਅਤੇ ਥਰਮਲ ਪਾਵਰ ਪਲਾਂਟ ਵਿੱਚ ਕੋਲੇ ਦੀ ਵਰਤੋਂ ਕਰਕੇ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ, ਜਦਕਿ ਪਰਮਾਣੂ ਰਿਐਕਟਰ ਵਿੱਚ ਯੂਰੇਨੀਅਮ ਦੀ ਵਰਤੋਂ ਕਰਕੇ ਨਿਊਕਲੀਅਰ ਬਾਲਣ ਦੀ ਵਰਤੋਂ ਕਰਕੇ ਊਰਜਾ ਪੈਦਾ ਕੀਤੀ ਜਾਂਦੀ ਹੈ, ਬਿਜਲੀ ਪੈਦਾ ਕੀਤੀ ਜਾਂਦੀ ਹੈ। ਸੈਕਿੰਡ ਕੁਐਸਚਨ ਹੈ, ਸਮੁੰਦਰੀ ਤਾਪ ਊਰਜਾ ਇਸ ਕਰਕੇ ਪੈਦਾ ਹੁੰਦੀ ਹੈ। ਆਪਸ਼ਨ ਹਨ ਸਮੁੰਦਰ ਵਿੱਚ ਦਬਾਅ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਹੋਣਾ, ਐੜਾ ਆਪਸ਼ਨ ਸਮੁੰਦਰ ਵਿੱਚ ਤਾਪਮਾਨ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਹੋਣਾ, ਈੜੀ ਹੈ ਸਮੁੰਦਰ ਵਿੱਚ ਲਹਿਰਾਂ ਦੁਆਰਾ ਸਟੋਰ ਕੀਤੀ ਊਰਜਾ, ਸੱਸਾ ਸਮੁੰਦਰ ਵਿੱਚ ਉੱਠਣ ਵਾਲੀਆਂ ਲਹਿਰਾਂ। ਪਿਆਰੇ ਬੱਚਿਓ, ਸਮੁੰਦਰੀ ਤਾਪ ਊਰਜਾ ਇਸ ਕਰਕੇ ਪੈਦਾ ਕੀਤੀ ਜਾਂਦੀ ਹੈ ਕਿਉਂਕਿ ਸਮੁੰਦਰ ਦੀਆਂ ਵੱਖ-ਵੱਖ ਪੱਧਰ 'ਤੇ ਤਾਪਮਾਨ ਵਿੱਚ ਅੰਤਰ ਹੁੰਦਾ ਹੈ। ਥਰਡ ਕੁਐਸਚਨ ਹੈ, ਪਣ ਵਾਟਰ ਪਲਾਂਟ ਵਿੱਚ ਊੜਾ ਹੈ ਉਚਾਈ ਤੋਂ ਡਿੱਗਦੇ ਹੋਏ ਪਾਣੀ ਵਿਚਲੀ ਗਤਿਜ ਊਰਜਾ ਬਿਜਲੀ ਊਰਜਾ ਵਿੱਚ ਬਦਲੀ ਜਾਂਦੀ ਹੈ। ਜਮ੍ਹਾਂ ਕੀਤੇ ਪਾਣੀ ਵਿਚਲੀ ਗਤੀ ਊਰਜਾ ਸਥਿਤੀ ਊਰਜਾ ਵਿੱਚ ਬਦਲੀ ਜਾਂਦੀ ਹੈ। ਬਿਜਲੀ ਪਾਣੀ ਤੋਂ ਪੈਦਾ ਕੀਤੀ ਜਾਂਦੀ ਹੈ। ਊੜਾ ਅਤੇ ਈੜੀ ਦੋਨੋਂ। ਪਿਆਰੇ ਬੱਚਿਓ, ਪਣ ਵਾਟਰ ਪਲਾਂਟ ਵਿੱਚ ਪਾਣੀ ਦੀ ਵਰਤੋਂ ਕਰਕੇ ਪਾਣੀ ਦੀ ਗਤੀ ਊਰਜਾ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਲਈ ਇਸ ਵਿੱਚ ਊੜਾ ਅਤੇ ਈੜੀ ਦੋਵੇਂ ਆਪਸ਼ਨਸ ਸਹੀ ਹਨ, ਤੋਂ ਅਸੀਂ ਸੱਸੇ ਭਾਗ ਨੂੰ ਟਿਕ ਕਰਾਂਗੇ। ਨਿਊਕਲੀਅਰ ਪਾਵਰ ਪਲਾਂਟ ਵਿੱਚ ਪੈਦਾ ਹੋਏ ਵਿਅਰਥ ਪਦਾਰਥਾਂ ਦਾ ਨਿਪਟਾਰਾ ਇੱਕ ਵੱਡੀ ਸਮੱਸਿਆ ਹੈ ਕਿਉਂਕਿ ਊੜਾ ਬਹੁਤ ਜ਼ਿਆਦਾ ਰੇਡੀਓ ਐਕਟਿਵ ਹੋਣ ਕਰਕੇ, ਐੜਾ ਬਹੁਤ ਜ਼ਿਆਦਾ ਜਲਨਸ਼ੀਲ ਹੋਣ ਕਰਕੇ, ਈੜੀ ਬਹੁਤ ਜ਼ਿਆਦਾ ਬਦਬੂ ਹੋਣ ਕਰਕੇ ਅਤੇ ਸੱਸਾ ਬਹੁਤ ਭਾਰਾ ਹੋਣ ਕਰਕੇ। ਪਿਆਰੇ ਬੱਚੇ, ਨਿਊਕਲੀਅਰ ਪਾਵਰ ਪਲਾਂਟ ਜਾਂ ਪਰਮਾਣੂ ਪਾਵਰ ਪਲਾਂਟ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਸ ਵਿੱਚ ਪੈਦਾ ਹੋਣ ਵਾਲੇ ਵਿਅਰਥ ਪਦਾਰਥ ਦਾ ਨਿਪਟਾਰਾ ਕਰਨਾ ਬਹੁਤ ਔਖਾ ਹੈ। ਉਸ ਦਾ ਕਾਰਨ ਇਹ ਹੈ ਕਿ ਉਸ ਵਿਅਰਥ ਪਦਾਰਥ ਵਿੱਚ ਰੇਡੀਓ ਐਕਟਿਵ ਵਿਕਿਰਨਾਂ ਨਿਕਲਦੀਆਂ ਰਹਿੰਦੀਆਂ ਹਨ। ਇਸ ਲਈ ਇਸ ਦਾ ਆਪਸ਼ਨ 4 ਨੂੰ ਟਿਕ ਕਰਾਂਗੇ। ਪੰਜਵਾਂ ਕੁਐਸਚਨ ਹੈ, ਇੱਕ ਪਰਮਾਣੂ ਪੁੰਜ ਇਕਾਈ ਦੀ ਊਰਜਾ ਕਿਸ ਦੇ ਬਰਾਬਰ ਹੁੰਦੀ ਹੈ। ਪਿਆਰੇ ਬੱਚਿਓ, ਇਸ ਵਿੱਚ ਆਪਸ਼ਨ ਸੱਸਾ ਸਹੀ ਹੈ, ਭਾਵ 931 ਮੈਗਾ ਇਲੈਕਟ੍ਰੋਨ ਵੋਲਟ। ਛੇਵਾਂ ਕੁਐਸਚਨ ਹੈ, ਇੱਕ ਇਲੈਕਟ੍ਰੋਨ ਵੋਲਟ ਵਿੱਚ ਕਿੰਨੇ ਜੂਲ ਹੁੰਦੇ ਹਨ। ਆਪਸ਼ਨਸ ਹਨ 1.6 × 10⁻19 ਜੂਲ, ਐੜਾ 9.1 × 10⁻31 ਜੂਲ, ਈਡੀ 6 × 10⁻23 ਜੂਲ ਅਤੇ ਸੱਸਾ 1.6 × 10⁻13 ਜੂਲ। ਪਿਆਰੇ ਬੱਚਿਓ, ਇਸ ਵਿੱਚ ਊੜਾ ਆਪਸ਼ਨ ਭਾਵ 1.6 × 10⁻19 ਜੂਲ ਹੁੰਦੇ ਹਨ। ਸੱਤਵਾਂ ਕੁਐਸਚਨ ਹੈ, ਪੌਣ ਊਰਜਾ ਫਾਰਮ ਰਾਹੀਂ ਬਿਜਲੀ ਪੈਦਾ ਕਰਨ ਲਈ ਹਵਾ ਦੀ ਗਤੀ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ। ਪਿਆਰੇ ਬੱਚਿਓ, ਪੌਣ ਊਰਜਾ ਫਾਰਮ ਵਿੱਚ ਬਿਜਲੀ ਪੈਦਾ ਕਰਨ ਲਈ ਹਵਾ ਦੀ ਗਤੀ
घट्टो घट्ट 14 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਇਸ ਲਈ ਇਸ ਵਿੱਚ ਆਪਸ਼ਨ ਈਡੀ ਨੂੰ ਅਸੀਂ ਟਿਕ ਕਰਾਂਗੇ। 8ਵਾਂ ਕੁਐਸਚਨ ਹੈ, ਜੈਟ ਹਵਾਈ ਜਹਾਜ਼ ਵਿੱਚ ਵਰਤਿਆ ਜਾਣ ਵਾਲਾ ਬਾਲਣ ਕਿਹੜਾ ਹੁੰਦਾ ਹੈ? ਆਪਸ਼ਨਸ ਡੀਜ਼ਲ, ਪੈਟਰੋਲ, ਮਿੱਟੀ ਦਾ ਤੇਲ ਜਾਂ ਫਿਰ ਬਾਲਣ ਤੇਲ। ਪਿਆਰੇ ਬੱਚੋ, ਜੈਟ ਹਵਾਈ ਜਹਾਜ਼ਾਂ ਵਿੱਚ ਸ਼ੁੱਧ ਮਿੱਟੀ ਦਾ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਸੋਲਰ ਕੁੱਕਰ ਦਾ 9ਵਾਂ ਕੁਐਸਚਨ ਹੈ ਪਿਆਰੇ ਬੱਚੋ, ਸੋਲਰ ਕੁੱਕਰ ਦਾ ਕਿਹੜਾ ਹਿੱਸਾ ਹਰਾ ਗ੍ਰਹਿ ਪ੍ਰਭਾਵ ਲਈ ਜ਼ਿੰਮੇਵਾਰ ਹੈ? ਆਪਸ਼ਨ ਹੈ ਡੱਬੇ ਦੇ ਅੰਦਰ ਕਾਲੇ ਰੰਗ ਦਾ ਪੇਂਟ, ਐੜਾ ਸ਼ੀਸ਼ਾ, ਈਡੀ ਗਲਾਸ ਸ਼ੀਟ, ਸੱਸਾ ਸੋਲਰ ਕੁੱਕਰ ਦਾ ਬਾਹਰਲਾ ਹਿੱਸਾ। ਪਿਆਰੇ ਬੱਚਿਓ, ਉਸ ਵਿੱਚ ਸੋਲਰ ਕੁੱਕਰ ਵਿੱਚ ਵਰਤੀ ਗਈ ਗਲਾਸ ਦੀ ਸ਼ੀਟ ਉਸ ਦੇ ਹਰੇ ਗ੍ਰਹਿ ਪ੍ਰਭਾਵ ਲਈ ਜ਼ਿੰਮੇਵਾਰ ਹੈ। ਇਸ ਲਈ ਇਸ ਦਾ ਆਨਸਰ ਈਡੀ ਨੂੰ ਟਿਕ ਕਰਾਂਗੇ। ਭਾਫ ਇੰਜਣ ਭਾਫ ਦੀ ਤਾਪ ਊਰਜਾ ਨੂੰ ਕਿਸ ਵਿੱਚ ਬਦਲਦਾ ਹੈ? ਬਿਜਲੀ ਊਰਜਾ, ਯੰਤਰਿਕ ਊਰਜਾ, ਨਿਊਕਲੀਅਰ ਊਰਜਾ, ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਬੱਚਿਓ, ਭਾਫ ਇੰਜਣ ਭਾਫ ਦੀ ਤਾਪ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਬਦਲਦਾ ਹੈ। 11ਵਾਂ ਕੁਐਸਚਨ ਹੈ, ਊਰਜਾ ਦੀ ਐਸਆਈ ਇਕਾਈ ਦਾ ਸੀਜੀਐਸ ਇਕਾਈ ਨਾਲ ਅਨੁਪਾਤ ਹੁੰਦਾ ਹੈ? ਊੜਾ 10⁵5, ਐੜਾ 10⁻7, ਈਡੀ 10⁻6, ਸੱਸਾ 10⁻−7। तो प्यारे बच्चों, एसआई ਤੇ ईजीएस इकाई ਦਾ एनर्जी ਦਾ अनुपात 10⁻7 ਹੁੰਦਾ ਹੈ, ਭਾਵ ਕਿ ਐੜਾ ਆਨਸਰ। 12ਵਾਂ ਕੁਐਸਚਨ ਹੈ, ਹੇਠ ਲਿਖੇ ਵਿੱਚੋਂ ਕਿਹੜੀ ਸਮੱਸਿਆ ਕੋਲੇ ਦੇ ਜਲਣ ਨਾਲ ਸੰਬੰਧਿਤ ਹੈ? ਊੜਾ ਕਾਰਬਨ ਡਾਈਆਕਸਾਈਡ ਦਾ ਬਣਨਾ, ਐੜਾ ਤੇਜ਼ਾਬੀ ਵਰਖਾ, ਈਡੀ ਸੁਆਹ ਦਾ ਉੱਡਣਾ, ਸੱਸਾ ਉਪਰੋਕਤ ਸਾਰੇ। ਪਿਆਰੇ ਬੱਚਿਓ, ਜਦੋਂ ਵੀ ਪਥਰਾਟੀ ਬਾਲਣ ਨੂੰ ਜਲਾਇਆ ਜਾਂਦਾ ਹੈ, ਭਾਵ ਕੋਲਾ, ਡੀਜ਼ਲ, ਪੈਟਰੋਲ ਨੂੰ ਜਲਾਇਆ ਜਾਂਦਾ ਹੈ, ਤਾਂ ਉਸ ਵਿੱਚ ਕਾਰਬਨ ਡਾਈਆਕਸਾਈਡ ਗੈਸ ਬਣਦੀ ਹੈ ਅਤੇ ਇਸ ਦੇ ਨਾਲ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਵਰਗੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ। ਇਹ ਗੈਸਾਂ ਤੇਜ਼ਾਬੀ ਹਨ ਅਤੇ ਮੀਂਹ ਦੇ ਪਾਣੀ ਨਾਲ ਮਿਲ ਕੇ ਤੇਜ਼ਾਬ ਬਣਾਉਂਦੀਆਂ ਹਨ। ਇਸ ਲਈ ਊੜਾ ਅਤੇ ਐੜਾ ਆਪਸ਼ਨ ਇਸ ਦੇ ਨਾਲ ਦੋਨੋਂ ਸੰਬੰਧਿਤ ਹੋ ਗਏ। तो इसलिए 12वें क्वेश्चन का आंसर सस्सा भाव उपरोक्त सारे आएगा। 13वां क्वेश्चन है, हेठ लिखियां विचों किहड़ा जीव बायोगैस प्लांट विच गोहे तो बायोगैस बनाउंदा है? आक्सी जीवाणु, अणआक्सी जीवाणु, प्रोटोजोआ जां उल्ली। प्यारे बच्चों, अणआक्सी जीवाणु जीव बायोगैस प्लांट विच गोहे तो बायोगैस बनाउण लई जिम्मेदार है। 14वां क्वेश्चन है, न्यूक्लीयर पावर प्लांट विच किहड़ा बालन वरत्या जाता है? प्यारे बच्चों, न्यूक्लीयर पावर प्लांट विच यूरेनियम 92, 235 ਨੂੰ ਬਾਲਣ ਦੇ ਵਜੋਂ ਵਰਤਿਆ ਜਾਂਦਾ ਹੈ। 15ਵਾਂ क्वेश्चन है, बायोगैस का मुख्य अंश किहड़ा है? ऑप्शनस हैं मीथेन, हाइड्रोजन, कार्बन डाइऑक्साइड, कोई नहीं। प्यारे बच्चों, बायोगैस का मुख्य अंश है मीथेन गैस। 16वां क्वेश्चन, एक उपकरण जो सूरजी ऊर्जा नूं बिजली ऊर्जा विच बदलता है वो डैश है। ऑप्शनस हैं वोल्टिक सैल, लैग्रैंजी सैल, सुक्का सैल या फोटोवोल्टिक सैल। प्यारे बच्चों, इस दे विच ऑप्शन 4 फोटोवोल्टिक सैल सही है। 17वां क्वेश्चन है, सोलर पैनल विच सूरजी सैलां नूं जोड़न वालियां तारां नूं बनाउण लई किस धातु की वरतों की जाती है? ऑप्शनस तांबा, लोहा, एलूमीनियम, चांदी।
प्यारे बच्चों, इस विच चांदी की वरतों की जाती है। 18वां क्वेश्चन, बलन लई जरूरी है जलनशील पदार्थ, ऑक्सीजन की मौजूदगी, पदार्थ का जलन तापमान या उपरोक्त सारे। प्यारे बच्चों, किसी भी पदार्थ के जलन के लिए ये सारी हालत या पदार्थ जरूरी होंगे हैं। इसलिए चौथी ऑप्शन नूं टिक करांगे। 19वां क्वेश्चन है, इन्हां विचों किस दा वध कैलोरी मान है। ऑप्शन हैं LPG, CNG, हाइड्रोजन, पेट्रोल। प्यारे बच्चों, LPG अते पेट्रोल का कैलोरी मान 11,500 किलो कैलोरीज प्रति किलोग्राम होता है, जबकि CNG का 12,500 किलो कैलोरीज प्रति किलोग्राम है। हाइड्रोजन का 33,899 किलो कैलोरीज प्रति किलोग्राम है। तो प्रश्न विच ये पूछा गया है कि वध कैलोरी मान किसका है। तो आंसर तीसरा भाव हाइड्रोजन का कैलोरी मान वध है। 20वां क्वेश्चन है, सूरजी विकिरणा विच गर्मी मुख तौर पर डैश कारण होंदी है। ऑप्शनस हैं इनफ्रारेड विकिरणा, अल्ट्रावायलेट विकिरणा, दृश्य विकिरणा या फिर एक्सरे। तो बच्चों, इनफ्रारेड ऑप्शन सही है। इस विच किसी वस्तु विच गति कारण पैदा हुई ऊर्जा डैश है, गतिज ऊर्जा, न्यूक्लियर ऊर्जा, स्थितिज ऊर्जा या फिर ताप ऊर्जा। प्यारे बच्चों, गतिज ऊर्जा इसका आंसर है। 22वां क्वेश्चन, एक उपकरण जो सूरजी ऊर्जा नूं बिजली ऊर्जा विच बदलता है वो एक डैश है। फोटो करंट सैल, क्वांटम संचालन सैल, क्वांटम वोल्टिक सैल या फिर फोटो वोल्टिक सैल। प्यारे बच्चों, यही क्वेश्चन पहला भी कर चुके हैं। आंसर है उपकरण जो सूरजी ऊर्जा नूं बिजली ऊर्जा विच बदलता है वो है फोटो वोल्टिक सैल। 23वां क्वेश्चन, मनुख अते जीवां द्वारा उन्हां दियां रोज़ाना जीवन विच क्रियावां नूं पूरा करन लई वरती जाण वाली ऊर्जा डैश है। पौण ऊर्जा, भूताप ऊर्जा, पेशी ऊर्जा या फिर पण ऊर्जा। बच्चों, आंसर तीसरा पेशी ऊर्जा मनुखा ते जंतुओं द्वारा या फिर जीवां द्वारा उन्हां दियां रोज़ाना जीवन दीयां क्रियावां नूं पूरा करन लई वरती जाती है। 24वां क्वेश्चन, सूरज विच हाइड्रोजन डैश विच तब्दील हो जाती है। ऑप्शंस हीलियम, कार्बन, ऑक्सीजन या फिर नाइट्रोजन। आंसर है हीलियम। सूरज के केंद्र विच हाइड्रोजन के समस्थानक भाव ड्यूटेरियम हीलियम विच रूपांतरित होंदे हन अते बहुत मात्रा विच एनर्जी प्रोड्यूस होंदी है। भाव के सूरज के केंद्र विच न्यूक्लियर संयोजन क्रिया राही इन्नी ज़्यादा मात्रा विच ऊर्जा पैदा होंदी है। न्यूक्लियर संयोजन एक अजिही क्रिया है जिस विच दो या दो तो वध हल्के एटम्स या परमाणु मिलके एक भारा केंद्रक वाला परमाणु बनाते हैं। अजिही क्रिया नूं न्यूक्लियर संयोजन क्रिया कहा जाता है। एक परमाणु रिएक्टर विच परमाणु ऊर्जा यूरेनियम के न्यूक्लियस नूं डैश नाल तोड़ के प्राप्त की जाती है।
ऑप्शन हैं तेज चलते न्यूट्रॉन, तेज रफ्तार इलैक्ट्रॉन, हौली चलते इलैक्ट्रॉन, हौली चलते न्यूट्रॉन। प्यारे बच्चों, यूरेनियम के केंद्रक विच हौली चलते न्यूट्रॉन का टकराव करवाया जाता है, जिस नाल एक क्रिप्टॉन अते बेरियम बनाता है अते नाल बहुत ज़्यादा मात्रा में ऊर्जा पैदा होती है। उस ऊर्जा नूं वरत के बिजली ऊर्जा बनाई जाती है। 26वां क्वेश्चन है डैश OTEC भाव ओशन थर्मल एनर्जी कंजरवेशन विच ऊर्जा पैदा करने लई वरत्या जाता है। ऑप्शन हैं समुद्र की ऊर्जा, समुद्र विच पानी दियां वख-वख परतां विच तापमान का अंतर, समुद्र दियां लहरां, या फिर चौथा है उपरोक्त विचों कोई भी नहीं। तो प्यारे बच्चों, समुद्र दियां वख-वख परतां विच तापमान के अंतर कारण ओशन थर्मल की वरतों की जाती है। 27वां क्वेश्चन है न्यूक्लियस संयोजन प्रतिक्रिया नूं लाभकारी कार्यां लई नहीं वरत्या जा सकता, क्योंकि इन्हां प्रतिक्रियावां लई बहुत उच्च तापमान की जरूरत होंदी है अते नियंत्रण योग हुंदियां हन। बी है इन्हां प्रतिक्रियावां लई बहुत उच्च तापमान की जरूरत होंदी है अते बेकाबू हन। ऑप्शन इहदे सिर्फ ए सच है, दूसरा केवल बी ही सच है, थर्ड ए अते बी दोवें गलत हैं, तो फोर्थ है उपरोक्त विचों कोई भी नहीं। प्यारे बच्चों, न्यूक्लियस संयोजन प्रतिक्रियावां करवाउण दे लई बहुत उच्च तापमान की लोड़ हुंदी है अते ये बेकाबू हुंदियां हन। इसलिए इस विच सैकेंड ऑप्शन भाव केवल बी ही सच है, सही है। 28वां क्वेश्चन है एक चंगा बालन डैश चाहिदा है। नंबर 1 स्टोर अते आवाजाही लई सुरक्षित होना, नंबर 2 लंबे समय लई स्थिर दर ते लोड़ींदी ऊर्जा प्रदान करने दे योग होना, नंबर 3 वातावरण प्रदूषਕਾਂ ना होवे या फिर घट मात्रा विच होवे, चौथा है उपरोक्त सारे। तो आंसर है उपरोक्त सारे। 29वां क्वेश्चन हेठ लिखियां विचों किहड़ा एक गलत बयान है। ऊर्जा संकट ते काबू पाउण लई सोलर कुकर की वरतों विच वाधा करना चाहिए है। प्यारे बच्चों, बिल्कुल ठीक है। सैकेंड ऊर्जा संकट ते काबू पाउण लई ऊर्जा के पूर्ति अयोग स्रोतों की ਵਧੇਰੇ मात्रा विच वरतों की जानी चाहिए है। प्यारे बच्चों, ऊर्जा के पूर्ति अयोग स्रोत अजिहे स्रोत हुंदे हन जिन्हां नूं मुड़ वरतों विच नहीं लियाया जा सकता, भाव ए सीमित हुंदे हन। तो ऑप्शन सैकेंड गलत है, इसनूं असीं टिक करांगे। 30वां क्वेश्चन है एक पौण ਚੱਕੀ की उत्पादन शक्ति हवा की गति के वाधे नाल वधदी है। सैकेंड है हवा की गति के वाधे नाल घटदी है। तीसरा हवा की गति तो सुतंत्र है। चौथा निर्धारित नहीं किया जा सकता। प्यारे बच्चों, पौण ਚੱਕੀ हवा की गति पर निर्भर करती है। हवा के वधन के नाल उस विच पैदा होने वाली बिजली की मात्रा भी बढ़ती है। इसलिए 30वें का ऑप्शन 1 टिक करांगे। उम्मीद है बच्चों ये वीडियो तुहानूं पसंद आई होवेगी अते तुहाडे NTSC, PSTSC अते पैस वर्गे होर कंपीटेटिव एग्जाम के लिए सहायक सिद्ध होवेगी। वीडियो देखने लई तुहाडा बहुत बहुत धन्यवाद।